ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ ਇੱਕ ਓੰਕਾਰ। ਸਤਿਗੁਰ ਪ੍ਰਸਾਦ ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ। ਧੁਰ ਤੂੰ ਰੱਖਦਾ ਆਇਆ। ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਉ। ਹਰਨਾਖਸ ਮਾਰ ਪਚਾਇਆ। ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ। ਧੁਰ ਤੂੰ ਰੱਖਦਾ ਆਇਆ। ਪ੍ਰਹਲਾਦ ਜਨ ਤੁਧ ਰਾਖ ਲਏ ਹਰ ਜੀਉ। ਹਰਨਾਖਸ ਮਾਰ ਪਚਾਇਆ। ਗੁਰਮੁਖਾਂ ਨੋ ਪ੍ਰਤੀਤ ਹੈ ਹਰ ਜੀਉ। ਮਨਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ। ਭਗਤਾ ਕੀ ਪੈਜ ਰਖ ਤੂੰ ਸੁਆਮੀ। ਭਗਤ ਤੇਰੀ ਸਰਣਾਈ। ਹਰ ਜੀ ਇਹ ਤੇਰੀ ਵਡਿਆਈ। ਭਗਤਾ ਕੀ ਪੈਜ ਰਖ ਤੂੰ ਸੁਆਮੀ। ਭਗਤ ਤੇਰੀ ਸਰਣਾਈ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੋਤੀ ਸਰੂਪ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਆਪ ਜੀ ਮਾਈ ਪਾਈ ਗੁਰੂ ਕੀ ਬਾਣੀ ਪੜ੍ਹ ਕੇ ਸੁਣ ਕੇ ਮਨੁੱਖਾ ਜਨਮ ਦੀਆਂ ਬਹੁ ਕੀਮਤੀ ਘੜੀਆਂ ਨੂੰ ਸਫਲ ਬਣਾ ਰਹੇ ਹੋ। ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ। ਨਾਨਕ ਕਹੈ ਸੋ ਨਰੇ ਮਨਾ ਕਰ ਕੀਰਤਨ ਹੋਏ ਉਧਾਰ। ਆਸਾ ਦੀ ਵਾਰ ਦਾ ਪਾਵਨ ਅੰਮ੍ਰਿਤ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ।
ਸਿਆਣੇ ਗੁਰਮੁਖ ਸ਼ਰਧਾਵਾਨ ਗੁਰਮੁਖ ਇਹ ਬਚਨ ਕਰਦੇ ਹਨ ਕਿ ਆਸਾ ਦੀ ਵਾਰ ਦੇ ਸ਼ਲੋਕ ਮਹੱਲੇ ਅਤੇ ਪੌੜੀਆਂ ਜਿਨ੍ਹਾਂ ਦੀ ਗਿਣਤੀ 84 ਬਣਦੀ ਹੈ, ਜੋ ਵੀ ਆਸਾ ਦੀ ਵਾਰ ਨਾਲ ਇਸ ਪਾਵਨ ਬਾਣੀ ਨਾਲ ਪ੍ਰੇਮ ਕਰਦਾ ਹੈ, ਸ਼ਰਧਾ ਨਾਲ ਪਾਵਨ ਬਾਣੀ ਦਾ ਕੀਰਤਨ ਕਰਦਾ ਹੈ ਜਾਂ ਸਰਵਣ ਕਰਦਾ ਹੈ, ਉਸ ਦੀ ਕਲਿਆਣ ਹੁੰਦੀ ਹੈ। ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਆਓ ਹੁਣ ਗੁਰੂ ਕੀ ਬਾਣੀ ਦੀ ਕਥਾ ਦਾ ਸਮਾਂ ਹੋਇਆ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਪਏ ਸੁਖ ਸੈਲ। ਸਭ ਸੈ ਊਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਛਾਰ। ਅਥਵਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰ ਤੋਂ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬੱਧੋ ਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ। ਐਸਾ ਪਾਵਨ ਦਰ ਪ੍ਰਕਾਸ਼ ਦੇ ਸਮੇਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਸਾਨੂੰ ਪਾਵਨ ਸ੍ਰੀ ਮੁਖ ਵਾਕ ਬਖਸ਼ਿਆ ਹੈ, ਉਸ ਦੀ ਕਥਾ ਵਿਚਾਰ ਆਪਣੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਦਾ ਨਾਮ ਹੈ। ਸਹਿਤ ਰਸਾਂ ਦੇ ਭਰਿਆ ਹੋਇਆ ਰਾਗ। ਸੋਰਠ ਸੋ ਰਸ ਪੀਜੀਐ, ਕਬਹੂ ਨਾ ਫੀਕਾ ਹੋਏ। ਰਾਮ ਨਾਮ ਗੁਣ ਗਾਈਐ, ਦਰਗਹਿ ਨਿਰਮਲ ਸੋਏ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਇਹ ਪਾਵਨ ਸ਼ਬਦ ਹੈ। ਕਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਾਵਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਐਸੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ। ਗੁਰ ਅਮਰਦਾਸ ਕੀ ਅਕਥ ਕਥਾ ਹੈ। ਇੱਕ ਜੀਹ ਕਛ ਕਹੀ ਨਾ ਜਾਈ। ਕਥਨ ਕਰਨ ਤੋਂ ਪਰੇ ਜਿਨ੍ਹਾਂ ਸਤਿਗੁਰਾਂ ਦੀ ਕਥਾ ਹੈ, ਐਸੇ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਘਰ ਪਹਿਲੇ ਘਰ ਸੁਰ ਤਾਲ ਵਿੱਚ ਪਾਵਨ ਉਪਦੇਸ਼ ਬਖਸ਼ਿਆ ਹੈ। ਤੇ ਤੁਕੀ, ਇਹ ਅਸ਼ਟਪਦੀ ਹੈ ਤੇ ਤਿੰਨਾਂ ਪੰਗਤੀਆਂ ਦਾ ਇੱਕ ਬੰਦ ਹੈ। ਇਹ ਸਿਰਲੇਖ ਸਤਿਗੁਰਾਂ ਨੇ ਲਿਖਿਆ ਹੈ ਕਿ ਜਦੋਂ ਅਸੀਂ
ਇਸ ਪਾਵਨ ਸ਼ਬਦ ਨੂੰ ਪੜ੍ਹੀਏ ਤਾਂ ਜਿਹੜੀ ਆਪਣੀ ਲੈ ਹੈ, ਜਦੋਂ ਪੜ੍ਹਨਾ ਹੈ ਤੇ ਤਿੰਨਾਂ ਪੰਕਤੀਆਂ ਦੇ ਵਿੱਚ ਇਹਦਾ ਮੁਕਾ ਹੈ। ਤਿੰਨ ਤਿੰਨ ਪੰਕਤੀਆਂ ਦੀ ਲੈ ਅੰਦਰ ਇਸ ਸ਼ਬਦ ਨੂੰ ਪੜ੍ਹਨਾ ਪਵੇਗਾ। ਤੇ ਜੇ ਇਸ ਸ਼ਬਦ ਨੂੰ ਦੋ ਪੰਕਤੀਆਂ ਦੀ ਲੈ ਦੁਆਰਾ ਉਹਦੇ ਮੁਤਾਬਕ ਪੜਾਂਗੇ ਤੇ ਬੇਤਾਲੇ ਹੋ ਜਾਵਾਂਗੇ। ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਇਹ ਤਿੰਨਾਂ ਤਿੰਨਾਂ ਪੰਕਤੀਆਂ ਵਾਲੇ ਪਾਵਨ ਬੰਦ ਹਨ ਇਸ ਸ਼ਬਦ ਵਿੱਚ। ਸਭ ਤੋਂ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਉਚਾਰਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇਹ ਪਾਵਨ ਪ੍ਰਧਾਨ ਮੰਗਲ ਹੈ। ਪ੍ਰਧਾਨ ਕਹੀਏ, ਸ਼੍ਰੋਮਣੀ ਮੰਗਲ ਹੈ, ਮੁਖੀ ਮੰਗਲ ਹੈ। ਜਿਵੇਂ ਅਸੀਂ ਦਸਮ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਹਜੂਰ ਦੀ ਪਾਵਨ ਬਾਣੀ ਵਿੱਚ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਮੰਗਲ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਏਕ ਓੰਕਾਰ ਸਤਿਗੁਰ ਪ੍ਰਸਾਦ, ਇਹ ਪ੍ਰਧਾਨ ਮੰਗਲ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਬਚਨ ਕੀਤਾ ਹੈ ਕਿ ਇਹ ਪਾਵਨ ਮੰਗਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 523 ਵਾਰ ਆਉਂਦਾ ਹੈ। ਸੋ ਇੱਕ ਕਹੀਏ ਅਦੁੱਤੀ। ਅਦੁੱਤੀ ਦਾ ਮਤਲਬ ਇਹ ਹੈ ਕਿ ਜਿਸ ਵਰਗਾ ਕੋਈ ਦੂਸਰਾ ਨਹੀਂ ਹੈ, ਜੋ ਕੇਵਲ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਜਦੋਂ ਅਸੀਂ ਵਾਹਿਗੁਰੂ ਜੀ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਵੇਖਦੇ ਹਾਂ, ਜੋ ਵਾਹਿਗੁਰੂ ਜੀ ਦੀ ਸ੍ਰਿਸ਼ਟੀ ਹੈ, ਜੋ ਵਾਹਿਗੁਰੂ ਜੀ ਨੇ ਬਣਾਇਆ ਹੈ, ਉਹ ਵੀ ਇੱਕ ਦੂਸਰੇ ਨਾਲ ਕੋਈ ਨਹੀਂ ਰਲਦਾ, 100% ਕੋਈ ਨਹੀਂ ਰਲਦਾ। ਤਿੰਨ ਪ੍ਰਭ ਸਾਚਾ ਇੱਕ ਖੇਲ ਰਚਾਇਆ, ਕੋਏ ਨਾ ਕਿਸ ਹੀ ਜਿਹਾ ਉਪਾਇਆ। ਜਿੰਨਾ ਵੱਡਾ ਕਰਤਾ ਹੁੰਦਾ ਹੈ, ਉਹਦੀ ਰਚਨਾ ਓਨੀ ਵੱਡੀ ਹੁੰਦੀ ਆ। ਜਿੰਨਾ ਖਾਸ ਕਰਤਾ ਹੁੰਦਾ ਹੈ, ਓਨੀ ਉਹਦੀ ਰਚੀ ਹੋਈ ਜਿਹੜੀ ਰਚਨਾ ਹੈ ਉਹ ਅਹਿਮੀਅਤ ਰੱਖਦੀ ਹੈ। ਜਿਵੇਂ ਅਕਾਲ ਪੁਰਖ ਵਾਹਿਗੁਰੂ, ਉਹ ਬਹੁਤ ਵੱਡਾ ਹੈ, ਉਹ ਮਹਾਨ ਹੈ, ਉਹ ਆਸ਼ਚਰਜ ਹੈ। ਤਾਂ ਵਾਹਿਗੁਰੂ ਜੀ ਦੀ ਇਹ ਬਣਾਈ ਹੋਈ ਸ੍ਰਿਸ਼ਟੀ, ਇਹ ਰਚੀ ਹੋਈ ਕੁਦਰਤ ਜਿਹੜੀ ਹੈ, ਇਹਨੂੰ ਵੇਖ ਕੇ ਵੀ ਆਸ਼ਚਰਜ ਹੋ ਜਾਈਦਾ ਹੈ। ਕਰਤੇ ਕੁਦਰਤੀ ਮੁਸਤਾਕ, ਵੇਖ ਵਿਡਾਣ ਰਹਿਆ ਵਿਸਮਾਦ। ਬੜਾ ਆਸ਼ਚਰਜ ਉਹਦਾ ਚੋਜ ਹੈ, ਕੌਤਕ ਹੈ। ਜਿਵੇਂ ਉਹ ਵੱਡਾ ਹੈ, ਉਹਦਾ ਕੋਈ ਅੰਤ ਨਹੀਂ ਹੈ। ਕਾਦਰ ਵੱਡਾ ਹੈ ਤੇ ਉਹਦੀ ਕੁਦਰਤ ਵੀ ਬਹੁਤ ਵੱਡੀ ਹੈ, ਉਹਦੀ ਰਚੀ ਹੋਈ ਹੈ। ਕੁਦਰਤ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਕੁਦਰਤ ਵੇਖ ਕੇ ਵੀ ਸਦਕੇ ਹੀ ਜਾਈਦਾ, ਬਲਹਾਰ ਹੀ ਜਾਈਦਾ ਹੈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਹੇ ਸੱਚੇ ਪਾਤਸ਼ਾਹ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਤੂੰ ਆਪਣੀ ਕੁਦਰਤ ਵਿੱਚ ਵਸਿਆ ਹੋਇਆ। ਜੇ ਤੂੰ ਇੱਕ ਹੈ, ਤੇਰੇ ਵਰਗਾ ਕੋਈ ਦੂਸਰਾ ਨਹੀਂ ਹੈ, ਤੇ ਇਹ ਜਿਹੜੇ ਸ੍ਰਿਸ਼ਟੀ ਦੇ ਤੁਸੀਂ ਜੀਵ ਬਣਾਏ ਹਨ, ਇਹਨਾਂ ਵਰਗਾ ਵੀ ਕੋਈ ਦੂਸਰਾ ਨਹੀਂ ਹੈ। ਇਹ ਵੀ ਇੱਕ ਦੂਜੇ ਨਾਲ ਨਹੀਂ ਰਲਦੇ। ਸਾਡੇ ਰੰਗ ਰੂਪ, ਅੰਗ ਪ੍ਰਤੰਗ, ਸਾਡੀ ਚਾਲ, ਗੁਫਤਾਰ, ਦਸਤਾਰ, ਗੁਣ ਇੱਕ ਜੈਸੇ ਨਹੀਂ ਹੋ ਸਕਦੇ। ਕੁਝ ਮਿਸ਼ਰਤ ਹੋ ਸਕਦੇ ਆ, ਕੁਝ ਸਾਂਝੇ ਹੋ ਸਕਦੇ ਆ, ਪਰ ਸਾਰੇ ਨਹੀਂ ਰਲ ਸਕਦੇ। ਇਹ ਐਸੀ ਸ੍ਰਿਸ਼ਟੀ ਹੈ। ਬੇਗਿਣਤ ਜੀਵ ਸਾਜੇ ਹਨ, ਪਸ਼ੂ ਪੰਛੀ ਜਾਨਵਰ, ਇਹ ਬਣਾਏ ਨੇ, ਕੋਈ ਨਹੀਂ ਕਿਸੇ ਨਾਲ ਰਲਦਾ। ਅਚਰਜ ਹੈ ਇਹ ਆਪ ਜੀ ਦੀ ਕੁਦਰਤ।
ਉਹ ਵਾਹਿਗੁਰੂ ਇੱਕ ਹੈ, ਅਦੁੱਤੀ ਹੈ, ਉਸ ਵਰਗਾ ਕੋਈ ਦੂਸਰਾ ਨਹੀਂ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਾਰੀ ਸ੍ਰਿਸ਼ਟੀ ਵਾਹਿਗੁਰੂ ਜੀ ਨੇ ਬਣਾਈ ਹੈ। ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਵਣ ਤ੍ਰਿਣ ਤ੍ਰਿਭਵਨ ਪਾਣੀ, ਚਾਰ ਵੇਦ ਚਾਰੇ ਖਾਣੀ। ਖੰਡ ਦੀਪ ਸਭ ਲੋਆ, ਏਕ ਕਵਾਵੈ ਤੇ ਸਭ ਹੋਆ, ਕਰਣੈ ਹਾਰਾ ਬੂਝੋ ਰੇ, ਸਤਿਗੁਰ ਮਿਲੈ ਤਾਂ ਸੂਝੈ ਰੇ। ਸਾਰਿਆਂ ਦਾ ਪ੍ਰਕਾਸ਼ਕ ਹੈ। ਓੰਕਾਰ ਜਿਹੜਾ ਹੈ ਉਚਾਰਨ ਮਾਤਰ ਸੇ ਰੱਖਿਆ ਕਰਨ ਵਾਲਾ ਹੈ। ਜਦੋਂ ਉਸ ਨੂੰ ਅਸੀਂ ਉਚਾਰਦੇ ਹਾਂ, ਵਾਹਿਗੁਰੂ ਜੀ ਨੂੰ ਯਾਦ ਕਰਦੇ ਹਾਂ, ਤਾਂ ਸਾਡੀ ਰੱਖਿਆ ਹੁੰਦੀ ਹੈ, ਸਾਡੇ ਤੇ ਕਿਰਪਾ ਹੁੰਦੀ ਹੈ। ਇਹ ਸ਼ਬਦ ਸਾਡਾ ਰਾਖਾ ਬਣ ਜਾਂਦਾ ਹੈ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਸਤਿਗੁਰਾਂ ਦਾ ਪਾਵਨ ਸ਼ਬਦ ਸਾਡਾ ਰਾਖਾ ਹੈ। ਜਿਹੜੇ ਬਾਣੀ ਪੜ੍ਹਦੇ ਹਨ ਉਹਨਾਂ ਦੇ ਚਫੇਰੇ ਬਾਣੀ ਦਾ ਪਹਿਰਾ ਹੁੰਦਾ ਹੈ। ਚੌਂਕੀ ਪਹਿਰੇ ਨੂੰ ਕਹਿੰਦੇ ਆ, ਚੌਂਕੀ ਚੌਗਿਰਦ ਹਮਾਰੇ। ਉਚਾਰਨ ਮਾਤਰ ਸੇ ਰੱਖਿਆ ਹੁੰਦੀ ਹੈ। ਸਤ ਤ੍ਰਈ ਕਾਲ ਆਬਾਦ ਸਰੂਪ ਹੈ। ਉਹ ਸੱਚਾ ਪਾਤਸ਼ਾਹ ਤਿੰਨਾਂ ਹੀ ਕਾਲਾਂ 'ਚ ਸਦੀਵੀ ਹੈ, ਮੌਤ ਤੋਂ ਰਹਿਤ ਹੈ। ਉਹਦਾ ਵੱਧ ਨਹੀਂ ਹੋ ਸਕਦਾ, ਉਹਨੂੰ ਕੋਈ ਮਾਰ ਨਹੀਂ ਸਕਦਾ ਹੈ। ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਗੁਰ ਵੱਡਾ ਹੈ ਸਾਰਿਆਂ ਨਾਲੋਂ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੁਰ ਗਿਰ ਧਾਤੂ ਤੋਂ ਸ਼ਬਦ ਮੰਨ ਕੇ ਬਾਣੀ ਸਰੂਪ ਹੈ। ਗਿਰ ਨਾਮ ਬਾਣੀ ਦਾ ਹੁੰਦਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਸਰੂਪ ਹੈ। ਗੁਰ ਗਿਆਨ ਸਰੂਪ ਹੈ। ਅਗਿਆਨ ਨੂੰ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਗੋਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਆ ਜਿਨ ਚਿਤ। ਪ੍ਰਸਾਦ ਸਵਾਦਾਂ ਤੋਂ ਪਰੇ ਹੈ। ਸਵਾਦਾਂ ਨਾਲ ਉਹਦਾ ਪ੍ਰੇਮ ਨਹੀਂ ਹੈ। ਰੱਬ ਸਵਾਦਾਂ ਨਾਲ ਪ੍ਰੇਮ ਨਹੀਂ ਕਰਦਾ। ਉਹ ਤਾਂ ਕੋਦਰੇ ਦਾ ਪ੍ਰਸ਼ਾਦ ਵੀ ਭਾਈ ਲਾਲੋ ਦਾ ਗੁਰੂ ਨਾਨਕ ਸਾਹਿਬ ਛਕ ਲੈਂਦੇ ਆ ਨਾ। ਉਹ ਸੱਚਾ ਪਾਤਸ਼ਾਹ ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਪਾਵੈ। ਉਹ ਸੱਚਾ ਪਾਤਸ਼ਾਹ ਤਾਂ ਐਸਾ ਹੈ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ, ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਛੇਦ ਨਾਮ ਕੱਟਣ ਦਾ ਵੀ ਹੁੰਦਾ ਹੈ। ਉਹਨੂੰ ਕਿਸੇ ਜਾਤੀ ਦੇ ਸ਼ਸਤਰ ਨਾਲ ਕੱਟਿਆ ਨਹੀਂ ਜਾ ਸਕਦਾ। ਉਹਦੇ ਤੱਤਾਂ ਵਿੱਚ ਤੱਤ ਸਰੂਪ ਹੈ। ਜਿਵੇਂ ਕੋਈ ਆਕਾਸ਼ ਨੂੰ ਵਿੰਨ ਨਹੀਂ ਨਾ ਸਕਦਾ, ਤੇ ਰੱਬ ਤੱਕ ਵੀ ਕਿਸੇ ਜਾਤੀ ਦਾ ਕੋਈ ਸ਼ਸਤਰ ਨਹੀਂ ਪਹੁੰਚ ਸਕਦਾ ਹੈ। ਸਰਸੰਧੈ ਆਗਾਸ ਕਉ, ਕਿਉਂ ਪਹੁੰਚੈ ਬਾਣ, ਆਗੈ ਉਹ ਅਗੰਮ ਹੈ, ਵਾਹਿਦੜ ਜਾਣ। ਆਕਾਸ਼ ਵੱਲ ਨੂੰ ਮਾਰੀਏ ਤੀਰ ਤੇ ਨਹੀਂ ਪਹੁੰਚਦੇ। ਆਕਾਸ਼ ਨੂੰ ਕੀ ਫਰਕ ਪੈਂਦਾ ਹੈ? ਇਸੇ ਤਰ੍ਹਾਂ ਰੱਬ ਨੂੰ ਕੋਈ ਮਾੜਾ ਕਹੇ, ਕੋਈ ਬੁਰਾ ਕਹੇ, ਕੋਈ ਫਰਕ ਨਹੀਂ ਪੈਂਦਾ ਹੈ। ਉਹਦਾ ਕੋਈ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਕਰ ਸਕਦਾ ਹੈ। ਉਹ ਸਾਡੀ ਰੱਖਿਆ ਕਰਨ ਵਾਲਾ ਹੈ। ਸ੍ਰਿਸ਼ਟੀ ਜਿਹੜੀ ਹੈ ਛਿਨ ਮਾਤਰ ਵਿੱਚ ਉਹ ਰਚ ਦੇਵੇ, ਛਿਨ ਮਾਤਰ ਦੇ ਸਮੇਂ ਵਿੱਚ ਉਹ ਇਹਨੂੰ ਨਾਸ ਕਰ ਦੇਵੇ, ਇਹ ਉਹਦੀ ਮੌਜ ਹੈ। ਖਿਨ ਮਾਤਰ ਦੇ ਸਮੇਂ 'ਚ ਉਹ ਪਰਲੋ ਕਰ ਸਕਦਾ ਹੈ। ਖਿਨ ਮਾਤਰ ਦੇ ਸਮੇਂ ਦੇ ਵਿੱਚ ਨਾਸ ਕਰ ਸਕਦਾ ਹੈ। ਖਿਨ ਮਾਤਰ ਦੇ ਸਮੇਂ 'ਚ ਸਾਜ ਸਕਦਾ ਹੈ। ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਔਰ ਸਤਿਗੁਰ ਪ੍ਰਸਾਦ ਜੋ ਏਕ ਓੰਕਾਰ ਹੈ, ਉਹਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਹੁੰਦੀ ਹੈ। ਸਤਿਗੁਰੂ ਜੀ ਜਿਹੜੇ ਆਪ ਵਾਹਿਗੁਰੂ ਦਾ ਰੂਪ ਸਰੂਪ ਹਨ, ਉਹਨਾਂ ਦੀ ਬਖਸ਼ਿਸ਼ ਹੋਵੇ ਤਾਂ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਉ,
ਸੋ ਹਜ਼ੂਰ ਫਰਮਾਉਂਦੇ ਨੇ, ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਹਰੀ ਨੂੰ, ਵਾਹਿਗੁਰੂ ਜੀ ਨੂੰ ਸੰਬੋਧਨ ਕਰਕੇ ਕਹਿੰਦੇ ਆ। ਗੁਰਮਤਿ ਵਿੱਚ ਜੀ ਸ਼ਬਦ ਸਤਿਕਾਰ ਵਾਸਤੇ ਵਰਤੀਦਾ ਹੈ। ਵਾਹਿਗੁਰੂ ਨੂੰ ਜੀ ਕਹਿਣਾ, ਜਦੋਂ ਅਸੀਂ ਗੁਰੂ ਸਾਹਿਬ ਦਾ ਨਾਮ ਲੈਂਦੇ ਹਾਂ ਤੇ ਨਾਲ ਜੀ ਜ਼ਰੂਰ ਲਾਈਦਾ ਹੈ। ਗੁਰਮਤਿ ਭਾਸ਼ਾ ਵਿੱਚ ਇਹ ਸਤਿਕਾਰ ਹਿਤ ਵਰਤਿਆ ਹੋਇਆ ਸ਼ਬਦ ਹੈ। ਜਦੋਂ ਅਸੀਂ ਰੱਬ ਦੇ ਪਿਆਰਿਆਂ ਦਾ ਨਾਮ ਲੈਂਦੇ ਹਾਂ ਤੇ ਜੀ ਸ਼ਬਦ ਲਾਉਣਾ ਜ਼ਰੂਰੀ ਹੈ, ਇਹਦਾ ਫਲ ਮਿਲਦਾ ਹੈ। ਹਜ਼ੂਰ ਦਾ ਪਾਵਨ ਸ਼ਬਦ ਹੈ ਬਾਣੀ ਵਿੱਚ। ਹਜ਼ੂਰ ਕਹਿੰਦੇ ਨੇ, ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੇ ਰੱਬ ਦੇ ਪਿਆਰਿਆਂ ਦਾ ਆਦਰ ਮਾਣ ਕਰੀਏ, ਸਤਿਕਾਰ ਕਰੀਏ, ਉਹਨਾਂ ਨੂੰ ਅਸੀਂ ਜੀ ਕਹਿ ਕੇ ਬੁਲਾਈਏ ਤੇ ਜਮ ਨਹੀਂ ਨੇੜੇ ਆਉਂਦੇ, ਜਮ ਕੀ ਤਲਬ ਨਹੀਂ ਹੁੰਦੀ। ਰੱਬ ਦੇ ਪਿਆਰਿਆਂ ਦਾ ਸਤਿਕਾਰ ਕਰਨ ਦਾ ਇੰਨਾ ਫਲ ਆ। ਜਦੋਂ ਵੀ ਗੁਰੂ ਸਾਹਿਬ ਦਾ ਨਾਮ ਅਸੀਂ ਆਪਣੀ ਰਸਨਾ ਤੋਂ ਲੈਣਾ ਹੈ, 10 ਗੁਰੂ ਸਾਹਿਬਾਨਾਂ ਦਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਜੀ ਸ਼ਬਦ ਲਾਉਣਾ ਨਹੀਂ ਕਦੇ ਭੁੱਲਣਾ ਹੈ। ਭਗਤਾਂ ਦਾ ਨਾਮ ਆਪਣੀ ਰਸਨਾ ਤੋਂ ਲਓ ਤੇ ਜੀ ਸ਼ਬਦ ਵਰਤੋ। ਇਹ ਗੁਰਮਤਿ ਦੀ ਰੀਤ ਹੈ। ਆਪਣੇ ਵੱਡਿਆਂ ਦਾ, ਸਤਿਕਾਰਯੋਗ ਹਸਤੀਆਂ ਦਾ, ਸਤਿਕਾਰਯੋਗ ਰਿਸ਼ਤਿਆਂ ਦਾ ਅਸੀਂ ਨਾਮ ਲਈਏ ਤੇ ਨਾਲ ਜੀ ਸ਼ਬਦ ਜ਼ਰੂਰ ਵਰਤੀਏ। ਇਹ ਸਾਨੂੰ ਬਾਣੀ ਸਿਖਾਉਂਦੀ ਹੈ। ਜਦੋਂ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਭਗਤਾਂ ਦੀ ਬਾਣੀ ਲਿਖਾਉਂਦੇ ਹਨ ਤੇ ਆਪ ਜੀ ਪੜ੍ਹ ਕੇ ਤੱਕੋ, ਸਲੋਕ ਭਗਤ ਕਬੀਰ ਜੀਓ ਕੇ, ਜੀ ਸ਼ਬਦ ਵਰਤਦੇ ਆ। ਨਾਮਦੇਵ ਜੀ ਕੀ ਸ਼ਬਦ ਵਰਤਦੇ ਹਨ। ਸੋ ਇਸ ਤਰ੍ਹਾਂ ਆਦ ਸਤਿਕਾਰ ਸਹਿਤ ਭਗਤਾਂ ਨੂੰ ਉਚਾਰਿਆ ਹੈ। ਵਾਹਿਗੁਰੂ ਜੀ ਨੂੰ ਮੁਖਾਤਬ ਕਰਕੇ ਕਹਿੰਦੇ ਹਨ ਕਿ ਹੇ ਵਾਹਿਗੁਰੂ ਜੀ, ਹਰੀ ਜੀ, ਭਗਤਾਂ ਦੀ ਸਦਾ ਤੂੰ ਰੱਖਦਾ, ਤੂੰ ਆਪਣਿਆਂ ਭਗਤਾਂ ਦੀ ਹਮੇਸ਼ਾ ਹੀ ਲਾਜ ਰੱਖਦਾ ਹੈ। ਜਿਹੜੇ ਭਗਤ ਹਨ, ਭਗਤ ਦਾ ਕੀ ਅਰਥ ਹੁੰਦਾ ਹੈ? ਭਗਤ ਉਹ ਹੁੰਦਾ ਹੈ ਜਿਹੜਾ ਭਗਤੀ ਕਰਦਾ ਹੈ। ਰੱਬੀ ਰੰਗ ਵਿੱਚ ਰੰਗੀ ਰੂਹ ਭਗਤੀ ਕਰਨ ਵਾਲੀ, ਉਸ ਨੂੰ ਅਸੀਂ ਭਗਤ ਕਹਿੰਦੇ ਹਾਂ। ਅਸਲ ਦੇ ਵਿੱਚ ਇਹ ਏਕ ਹੀ ਰੂਹ ਦੇ, ਬਖਸ਼ੀ ਹੋਈ ਰੂਹ ਦੇ ਮਹਾਨ ਅਵਸਥਾ ਦੇ ਨਾਮ ਹਨ। ਜਦੋਂ ਉਸ ਦੀ ਸ਼ਾਂਤੀ ਨੂੰ ਅਸੀਂ ਵੇਖਦੇ ਹਾਂ, ਸ਼ਾਂਤ ਸੁਭਾਅ ਨੂੰ ਦੇਖਦੇ ਹਾਂ, ਤੇ ਰੱਬ ਦੇ ਪਿਆਰੇ ਨੂੰ ਸੰਤ ਕਹਿ ਦਈਦਾ ਹੈ। ਜਦੋਂ ਉਸ ਮਹਾਨ ਰੂਹ ਦੀ ਸ਼ਾਂਤੀ ਨੂੰ ਤੱਕਿਆ ਤੇ ਸੰਤ ਸ਼ਬਦ ਕਹਿ ਦਿੱਤਾ। ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਕ ਮਿਲੈ ਅਸੰਤ, ਮਿਲਿਆਗਰ ਭੁਯੰਗਮ ਬੇੜਿਓ, ਤਾਂ ਸੀਤਲਤਾ ਨਾ ਤਜੰਤ। ਔਰ ਉਹਨਾਂ ਨੂੰ ਅਸੀਂ ਸਾਧੂ ਕਹਿ ਦਿੰਦੇ ਹਾਂ। ਸਾਧੂ ਸ੍ਰੇਸ਼ਟ ਦਾ ਨਾਮ ਹੁੰਦਾ ਹੈ, ਸ੍ਰੇਸ਼ਟ। ਸਾਧੂ ਵੱਖ-ਵੱਖ ਅਰਥ ਨੇ। ਸਾਧਿਆ ਹੋਇਆ ਜਿਨ੍ਹਾਂ ਨੇ ਆਪਣਾ ਆਪ ਸਾਧ ਲਿਆ ਹੈ, ਇੰਦਰੀਏ ਸਾਧ ਲਏ ਨੇ, ਮਨ ਬੁੱਧ ਸਭ ਸਾਧ ਲਏ ਨੇ। ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ, ਉਸੇ ਰੂਹ ਨੂੰ ਸਾਧ ਕਹਿ ਦਿੱਤਾ ਜਾਂਦਾ ਹੈ। ਜਦੋਂ ਉਸ ਦੇ ਗਿਆਨ ਵੱਲ ਅਸੀਂ ਤੱਕਦੇ ਹਾਂ ਕਿ ਉਹਨਾਂ ਦੇ ਗਿਆਨ ਦਾ ਕੋਈ ਮੁਕਾਬਲਾ ਨਹੀਂ ਹੈ, ਉਹ ਗਿਆਨ ਦਾ ਸਮੁੰਦਰ ਨੇ, ਉਹਨਾਂ ਦੇ ਹਿਰਦੇ ਵਿੱਚ ਬ੍ਰਹਮ ਦਾ ਗਿਆਨ ਹੈ, ਉਹ ਬ੍ਰਹਮ ਦਾ ਕਥਨ ਕਰਦੇ ਹਨ, ਤੇ ਅਸੀਂ ਉਹਨਾਂ ਨੂੰ ਬ੍ਰਹਮ ਗਿਆਨੀ ਕਹਿ ਦਿੰਦੇ ਹਾਂ। ਖਾਲਸਾ ਜੀ, ਮਹਾਂਪੁਰਖ ਜਨਾਂ ਨੇ ਸਤਿਗੁਰੂ ਜੀ ਨੂੰ ਵੀ ਭਗਤ ਸ਼ਬਦ ਵਰਤਿਆ ਹੈ। ਕੁਲ ਸੋਢੀ ਗੁਰ ਰਾਮਦਾਸ ਤਨ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਰੇ ਬਚਨ ਵਰਤੇ ਹਨ ਕਿ ਅਰਜੁਨ ਹਰ ਭਗਤਾ, ਕਿ ਗੁਰੂ ਅਰਜਨ ਦੇਵ ਜੀ ਹਰੀ ਦੇ ਭਗਤ ਹਨ। ਹਰੀ ਦੇ ਭਗਤ ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦੀਓ। ਗੁਰੂ ਸਾਹਿਬ ਜੀ ਆਪ ਵੀ ਭਗਤੀ ਕਰਦੇ ਹਨ, ਆਪ ਭਗਤੀ ਕੀਤੀ ਹੈ। ਸੱਚੇ ਪਾਤਸ਼ਾਹ ਨੇ ਮਾਰਗ ਦਰਸ਼ਨ ਕੀਤਾ ਹੈ, ਸਾਨੂੰ ਭਗਤੀ ਕਰਕੇ ਵਿਖਾਈ ਹੈ ਕਿ ਭਗਤੀ ਇਸ ਤਰ੍ਹਾਂ ਕਰੀਦੀ ਹੈ। ਗੁਰੂ ਸਾਹਿਬ ਨਾਲੋਂ ਵੱਡਾ ਹੋਰ ਭਗਤ ਕੌਣ ਹੈ? ਗੁਰੂ ਸਾਹਿਬ ਜੀ ਭਗਤ ਵੀ ਹਨ, ਆਪ ਪ੍ਰਮਾਤਮਾ ਨੇ, ਪਰਮੇਸ਼ਰ ਨੇ।
ਸੋ ਰਹੋ ਵਿਚਾਰ, ਭਗਤ ਉਹ ਹੁੰਦਾ ਹੈ ਜਿਹੜਾ ਰੱਬ ਦੇ ਭੈ ਵਿੱਚ ਰਹੇ। ਭੈ ਦਾ ਅਰਥ ਭੈ ਤੇ ਗਤ ਨਾਮ ਪ੍ਰਾਪਤ ਦਾ। ਵਾਹਿਗੁਰੂ ਦੇ ਭੈ ਵਿੱਚ ਰਹੇ, ਅਦਬ ਵਿੱਚ ਰਹੇ, ਜਿਹਨੂੰ ਵਾਹਿਗੁਰੂ ਦਾ ਡਰ ਹੋਵੇ। ਜਿਹੜਾ ਵਾਹਿਗੁਰੂ ਦੇ ਡਰ ਵਿੱਚ ਰਹਿੰਦਾ ਉਹ ਮਨਮਰਜ਼ੀਆਂ ਨਹੀਂ ਕਰਦਾ, ਉਹ ਕੁਦਰਤੀ ਨਿਯਮਾਂ ਦੇ ਖਿਲਾਫ ਨਹੀਂ ਜਾਂਦਾ ਹੈ, ਗੁਰਮਤਿ ਦੇ ਨਿਯਮਾਂ ਤੋਂ ਪਾਸੇ ਨਹੀਂ ਜਾਏਗਾ। ਜਿਹੜਾ ਵਾਹਿਗੁਰੂ ਜੀ ਦੇ ਡਰ ਵਿੱਚ ਰਹੇਗਾ, ਜਿਹੜਾ ਵਾਹਿਗੁਰੂ ਜੀ ਦੇ ਭੈ ਵਿੱਚ ਰਹਿੰਦਾ ਹੈ। ਭਗਤ ਕਬੀਰ ਸਾਹਿਬ ਜੀ ਦਾ ਹੀ ਬਚਨ ਹੈ ਸੋਹੀ ਰਾਗ ਵਿੱਚ, ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ। ਰੈਨ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਰੱਬ ਦੇ ਭੈ ਵਿੱਚ ਰਹਿਣ ਵਾਲੇ, ਥਰ ਥਰ ਕੰਬਣ ਵਾਲੇ, ਗਲਤੀ ਨਾ ਹੋ ਜਾਏ। ਰੱਖ ਰੱਖ ਚਰਨ ਧਰੇ ਵਿਚਾਰੀ, ਸੰਭਲ ਸੰਭਲ ਕੇ ਪੈਰ ਰੱਖਣ ਵਾਲੇ, ਉਹ ਨੇ ਭਗਤ। ਭਗਤ ਦਾ ਅਰਥ ਇਹ ਵੀ ਹੁੰਦਾ ਹੈ ਭੈ, ਡਰ, ਗਤ ਨਾਮ ਨਾਸ ਹੋਣ ਦਾ ਹੁੰਦਾ ਹੈ। ਜਿਨ੍ਹਾਂ ਦਾ ਡਰ ਨਾਸ ਹੋ ਜਾਏ, ਦੁਨੀਆ ਦਾ ਕੋਈ ਡਰ ਨਾ ਰਹੇ, ਮੌਤ ਦਾ ਕੋਈ ਭੈ ਨਾ ਰਹੇ, ਨਰਕਾਂ ਦਾ ਕੋਈ ਡਰ ਨਾ ਰਹੇ, ਜਿਨ੍ਹਾਂ ਦੇ ਸਾਰੇ ਡਰ ਮਿਟ ਜਾਣ। ਭਗਤਾਂ ਨੇ ਵਾਹਿਗੁਰੂ ਜੀ ਤੋਂ ਇਹ ਦਾਤ ਵੀ ਮੰਗੀ ਹੈ, ਕਹੋ ਕਬੀਰ ਸੁਨ ਸਾਰੰਗ ਪਾਨ, ਦੇਹੋ ਅਭੈ ਪਦ ਮੰਗੋ ਦਾਨ। ਕਿ ਸਾਰੇ ਤਰ੍ਹਾਂ ਦੇ ਡਰ ਜਿਹੜੇ ਮੇਰੇ ਮੇਟ ਦਿਓ ਜੀ, ਇਹ ਮੈਂ ਦਾਨ ਤੁਹਾਡੇ ਪਾਸੋਂ ਮੰਗਦਾ ਹਾਂ। ਰੱਬ ਦੇ ਪਿਆਰੇ ਜਿਹੜੇ ਹਨ, ਉਹਨਾਂ ਦੇ ਸਾਰੇ ਭੈ ਡਰ ਦੂਰ ਹੋ ਗਏ ਹਨ। ਵਾਹਿਗੁਰੂ ਜੀ ਦਾ ਡਰ ਹਿਰਦੇ 'ਚ ਵਸਾਇਆ ਹੋਇਆ ਹੈ, ਵਾਹਿਗੁਰੂ ਜੀ ਦੇ ਭੈ ਵਿੱਚ ਰਹਿੰਦੇ ਆ, ਉਹਨਾਂ ਨੂੰ ਭਗਤ ਕਹੀਦਾ ਹੈ। ਭਾ ਨਾਮ ਪ੍ਰਕਾਸ਼ ਦਾ ਵੀ ਹੈ ਤੇ ਭਾ ਨਾ ਹੋਣ ਦਾ ਵੀ ਹੈ। ਜਿਨ੍ਹਾਂ ਦੇ ਹਿਰਦੇ 'ਚ ਪ੍ਰਕਾਸ਼ ਸਰੂਪ ਪ੍ਰਮਾਤਮਾ ਗਤ ਪ੍ਰਾਪਤ ਹੋ ਜਾਏ, ਵਾਹਿਗੁਰੂ ਜੀ ਦੀ ਜਿਨ੍ਹਾਂ ਨੂੰ ਪ੍ਰਾਪਤੀ ਹੋ ਜਾਏ, ਉਹ ਨੇ ਖਾਲਸਾ ਜੀਓ ਭਗਤ। ਐਸੇ ਜਿਹੜੇ ਭਗਤ ਹਨ, ਉਹਨਾਂ ਦੀ ਸਦਾ ਤੋਂ ਰੱਖਦਾ ਹਰ ਜੀਓ, ਸਦਾ ਹੀ ਤੋਂ ਰੱਖਦਾ ਹੈ। ਤਿੰਨਾਂ ਹੀ ਸਮਿਆਂ 'ਚ ਪਿੱਛੇ ਵੀ ਸੱਚੇ ਪਾਤਸ਼ਾਹ ਜਿਹੜੇ ਤੇਰੇ ਭਗਤ ਸੀ, ਤੂੰ ਉਹਨਾਂ ਦੀ ਲਾਜ ਰੱਖੀ। ਜਿਹੜੇ ਭਗਤ ਆ ਨਾ, ਉਹਨਾਂ ਦੀ ਕਦੇ ਕੰਡ ਨਹੀਂ ਲੱਗਦੀ ਹੈ। ਜਿਨ ਕਾ ਪੱਖ ਕਰੈ ਤੂੰ ਸੁਆਮੀ, ਤਿਨ ਕੀ ਗੱਲ ਤੁਧ ਉੱਪਰ ਆਣੀ ਹੈ। ਜਿਨ੍ਹਾਂ ਦਾ ਪੱਖ ਮੇਰਾ ਪ੍ਰਮਾਤਮਾ ਕਰੇ, ਜਿਨ੍ਹਾਂ ਦੇ ਪੱਖ ਵਿੱਚ ਵਾਹਿਗੁਰੂ ਆਪ ਖੜ ਜਾਏ, ਜਿਹੜੇ ਇਸ ਧੜੇ ਵਿੱਚ ਆ ਜਾਂਦੇ ਹਨ, ਹਮਾਰਾ ਧੜਾ ਹਰ ਰਹਿਆ ਸਮਾਈ। ਜਿਹੜੇ ਇਸ ਧੜੇ ਵਿੱਚ ਆ ਜਾਂਦੇ ਆ, ਜਿਨ੍ਹਾਂ ਦਾ ਪੱਖ ਵਾਹਿਗੁਰੂ ਕਰਦਾ ਹੈ, ਜਿਨ੍ਹਾਂ ਦੇ ਸਿਰ ਤੇ ਸੱਚੇ ਪਾਤਸ਼ਾਹ ਜੀ ਆਪਣਾ ਹੱਥ ਰੱਖ ਦਿੰਦੇ ਆ, ਉਹਨਾਂ ਦੀ ਹਮੇਸ਼ਾ ਲਾਜ ਰਹਿੰਦੀ ਹੈ। ਜਿਸ ਪੱਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਏ। ਧੁਰ ਤੂੰ ਰੱਖਦਾ ਆਇਆ। ਹੇ ਹਰੀ ਜੀ, ਵਾਹਿਗੁਰੂ ਜੀ, ਤੁਸੀਂ ਧੁਰ ਤੋਂ ਹੀ ਮੁੱਢੋਂ ਲੈ ਕੇ ਆਦਿ ਕਾਲ ਤੋਂ ਹੀ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਦੀ ਲਾਜ ਰੱਖਦੇ ਆਏ ਹੋ, ਸਦਾ ਰੱਖਦੇ ਹੋ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ। ਉਹਨਾਂ ਵਿੱਚੋਂ ਇੱਕ ਪ੍ਰਹਿਲਾਦ ਵੀ ਸੀ, ਉਹਨਾਂ ਦੀ ਮਹਾਰਾਜ ਤੁਸੀਂ ਰੱਖਿਆ ਕੀਤੀ। ਕੋਈ ਵੀ ਜਿਹੜਾ ਰਿਸ਼ਤਾ ਹੁੰਦਾ ਨਾ, ਉਹ ਮਾੜਾ ਨਹੀਂ ਹੁੰਦਾ। ਕਈ ਵਾਰ ਕੋਈ ਇੱਕ ਰਿਸ਼ਤਾ ਅਸੀਂ ਬਹੁਤਾ ਮਾੜਾ ਕਹੀ ਜਾਂਦੇ ਹਾਂ। ਜਿਵੇਂ ਦੁਨਿਆਵੀ ਰਿਸ਼ਤਿਆਂ ਵਿੱਚੋਂ ਨਹੁੰ ਸੱਸ ਦਾ ਰਿਸ਼ਤਾ ਹੁੰਦਾ ਨਾ, ਤੇ ਹਮੇਸ਼ਾ ਹੀ ਜੀ ਸੱਸ ਹੀ ਮਾੜੀ ਹੁੰਦੀ ਆ, ਸੱਸ ਹੀ ਮਾੜੀ ਹੁੰਦੀ ਆ। ਨਹੀਂ ਨਹੀਂ, ਇੱਕ ਹੀ ਰਿਸ਼ਤਾ ਕੋਈ ਮਾੜਾ ਨਹੀਂ ਹੁੰਦਾ। ਬਹੁਤ ਚੰਗੀਆਂ ਇਸਤਰੀਆਂ ਨੇ, ਬੀਬੀਆਂ ਨੇ, ਆਪਣੀਆਂ ਨੌਹਾਂ ਨੂੰ ਧੀਆਂ ਵਾਲਾ ਪਿਆਰ ਦੇਣ ਵਾਲੀਆਂ। ਬਹੁਤ ਸਾਰੀਆਂ ਨੌਹਾਂ ਅੱਛੀਆਂ ਹਨ, ਸ੍ਰੇਸ਼ਟ ਹਨ, ਚੰਗੀਆਂ ਹਨ, ਖਾਨਦਾਨੀ ਹਨ, ਆਪਣੇ ਖਾਨਦਾਨ ਦਾ ਨਾਮ ਉੱਚਾ ਕਰਦੀਆਂ ਹਨ। ਉਹ ਸੱਸ ਸਹੁਰੇ ਨੂੰ ਮਾਤਾ ਪਿਤਾ ਦੀ ਨਿਆਈ ਸਮਝਦੀਆਂ ਹਨ। ਇੱਦਾਂ ਹੀ ਜਿਹੜਾ ਪੁੱਤਰ ਵਾਲਾ ਰਿਸ਼ਤਾ ਹੁੰਦਾ ਹੈ, ਸਾਡੇ 'ਚ ਇੱਕ ਕਹਾਵਤ ਹੈ ਕਿ ਪੁੱਤ ਕਪੁੱਤ ਹੋ ਜਾਂਦੇ, ਮਾਪੇ ਕਮਾਪੇ ਨਹੀਂ ਹੁੰਦੇ। ਕੁਝ ਹੱਦ ਤੱਕ ਇਹ ਗੱਲ ਸਹੀ ਹੋ ਸਕਦੀ ਆ, ਪਰ ਸਮਗਰ ਰੂਪ ਦੇ ਵਿੱਚ ਨਹੀਂ। ਪੁੱਤਰ ਵੀ ਬਹੁਤ ਸ੍ਰੇਸ਼ਟ ਨੇ, ਮਾਂ ਬਾਪ ਦੀ ਲਾਜ ਰੱਖਦੇ ਆ, ਇੱਜ਼ਤ ਮਾਣ ਕਰਦੇ ਆ। ਮਾਂ ਬਾਪ ਵੀ ਗਲਤ ਹੋ ਸਕਦੇ ਆ, ਜਿੱਥੇ ਬਹੁਤ ਜ਼ਿਆਦਾਤਰ ਬਹੁਤਾਤ ਬੱਚਿਆਂ ਦੀ ਖਾਤਰ ਆਪਣਾ ਸਭ ਕੁਝ ਵਾਰ ਦਿੰਦੇ ਨੇ ਮਾਂ ਬਾਪ, ਇਹ ਵੀ ਪੱਖ ਹੈ। ਤੇ ਇੱਕ ਪੱਖ ਇਹ ਵੀ ਹੈ, ਕਈਆਂ ਥਾਵਾਂ ਤੇ ਮਾਪੇ ਕੁਮਾਪੇ ਵੀ ਹੁੰਦੇ ਆ, ਇਹ ਵੀ ਮੰਨਣਾ ਪਏਗਾ।
ਜਿਸ ਭਗਤ ਜੀ ਦੀ ਗੱਲ ਅਸੀਂ ਕਰ ਰਹੇ ਹਾਂ, ਸਤਿਗੁਰੂ ਜੀ ਪਾਵਨ ਬਚਨ ਫਰਮਾ ਰਹੇ ਹਨ। ਸੋ ਪ੍ਰਹਿਲਾਦ ਜਿਹੜਾ ਹੈ ਹਰਨਾਕਸ਼ ਦਾ ਪੁੱਤਰ ਹੀ ਆ ਨਾ, ਇੱਥੇ ਮਾਪੇ ਕਮਾਪੇ ਬਣ ਰਹੇ ਆ ਨਾ। ਜਿਹੜਾ ਹਰਨਾਕਸ਼ ਆ ਉਹ ਕਹਿੰਦਾ ਕਿ ਮੈਂ ਹੀ ਰੱਬ ਆ। ਹਰਨਾਕਸ਼ ਜਿਹੜਾ ਹੈ ਉਹਦੇ ਹਿਰਦੇ ਵਿੱਚ ਇਹ ਗੱਲ ਕਿਉਂ ਆਈ ਕਿ ਮੈਂ ਰੱਬ ਹਾਂ? ਪਰਮਾਤਮਾ ਨੇ, ਵਾਹਿਗੁਰੂ ਜੀ ਨੇ ਇੱਕ ਡਰ ਸਾਡੇ ਹਿਰਦੇ 'ਚ ਵਸਾਇਆ ਹੋਇਆ, ਜਿਸ ਡਰ ਤੋਂ ਅਸੀਂ ਸਾਰੇ ਡਰਦੇ ਹਾਂ। ਉਹ ਡਰ ਹੈ ਮੌਤ ਦਾ। ਜਿਹੜਾ ਬੰਦਾ ਕਿਸੇ ਤੋਂ ਨਹੀਂ ਨਾ ਡਰਦਾ, ਇਹ ਗੱਲ ਕਹੇ ਕਿ ਮੈਂ ਬੜਾ ਆਕੜ ਖਾਨ ਹਾਂ, ਉਹ ਮੌਤ ਤੋਂ ਜ਼ਰੂਰ ਡਰਦਾ ਹੁੰਦਾ। ਉਹਦੇ ਸਾਹਮਣੇ ਮੌਤ ਆ ਜਾਏ ਤੇ ਉਹ ਘਬਰਾ ਜਾਂਦਾ ਹੈ। ਇਸੇ ਲਈ ਬਹੁਤ ਸਾਰੇ ਮਹਾਂਪੁਰਸ਼ਾਂ ਨੇ, ਰੱਬ ਦੇ ਪਿਆਰਿਆਂ ਨੇ, ਜਿੱਥੇ ਰੱਬ ਦਾ ਨਾਂ ਲੈਣ ਦਾ, ਜਪਣ ਦਾ ਉਪਦੇਸ਼ ਦਿੱਤਾ, ਉੱਥੇ ਮੌਤ ਨੂੰ ਵੀ ਨੇੜੇ ਚੇਤੇ ਕਰਾਇਆ ਹੈ ਕਿ ਇਹ ਮਾੜਿਆਂ ਕੰਮਾਂ ਤੋਂ ਬਚੇ, ਮੌਤ ਨੂੰ ਚੇਤੇ ਰੱਖੇ। ਪਾਂਧਾ ਜੀ ਨੇ ਵੀ, ਗੋਪਾਲ ਦੱਤ ਪਾਂਧੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿਹਾ ਸੀ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਲੋਕ ਬੁਰੇ ਕੰਮ ਕਰਦੇ ਆ, ਇਹਨਾਂ ਨੂੰ ਰੱਬ ਡਰ ਕਿਉਂ ਨਹੀਂ ਦਿੰਦਾ, ਜਿਸ ਕਰਕੇ ਬੁਰੇ ਕੰਮਾਂ ਤੋਂ ਹਟ ਜਾਣ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀ, ਡਰ ਤਾਂ ਰੱਬ ਨੇ ਦਿੱਤਾ ਹੋਇਆ ਹੈ, ਭੈ ਤੇਰਾ ਡਰ ਅਗਲਾ, ਖੱਪ ਖੱਪ ਛਿਜੈ ਦੇਹ, ਨਾਵ ਜਿਨ੍ਹਾਂ ਸੁਲਤਾਨ ਖਾਨ, ਹੁੰਦੇ ਡਿੱਠੇ ਖੇਹ, ਨਾਨਕ ਉੱਠੀ ਚੱਲਿਆ, ਸਭ ਕੂੜੇ ਟੁੱਟੇ ਨੇਹ। ਇਹ ਡਰ ਹੀ ਤਾਂ ਹੈ ਕਿ ਸਰੀਰ ਜਿਹੜਾ ਅਨ ਦਿਨ ਆਰਜਾ ਛਿਜਦੀ ਜਾਏ, ਰੈਣ ਦਿਨ ਸਦੋਏ ਸਾਖੀ ਲਾਏ। ਇਹ ਦਿਨੇ ਰਾਤ ਆਰਜਾ ਘਟਦੀ, ਉਮਰ ਘਟਦੀ ਆ, ਸਰੀਰ ਕ੍ਰਿਸ਼ ਹੁੰਦਾ ਜਾਂਦਾ, ਕਮਜ਼ੋਰ ਹੁੰਦਾ ਜਾਂਦਾ, ਤੇ ਸੰਗੀ ਸਾਥੀ ਨਾਲ ਲਾਗੋਂ ਤੁਰੇ ਜਾ ਰਹੇ ਨੇ ਵਾਰੀ ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਇਹ ਰੱਬ ਨੇ ਡਰ ਦਿੱਤਾ ਹੋਇਆ ਹੈ। ਤੇ ਜੇ ਮਨੁੱਖ ਦਾ ਇਹ ਡਰ ਦੂਰ ਹੋ ਜਾਏ ਕਿ ਤੈਨੂੰ ਮੌਤ ਨਹੀਂ ਆਉਣੀ, ਤੈਨੂੰ ਨਹੀਂ ਕੋਈ ਮਾਰ ਸਕਦਾ, ਤੇ ਫਿਰ ਮਨੁੱਖ ਕਿੰਨਾ ਖਤਰਨਾਕ ਹੋ ਜਾਂਦਾ ਹੈ, ਉਹ ਅਸੀਂ ਇਸ ਸਾਖੀ ਚੋਂ ਦੇਖ ਸਕਦੇ ਹਾਂ ਕਿ ਜੇ ਮਨੁੱਖ ਦਾ ਇਹ ਡਰ ਦੂਰ ਹੋ ਜਾਏ ਕਿ ਤੈਨੂੰ ਨਹੀਂ ਹੁਣ ਕੋਈ ਮਾਰ ਸਕਦਾ, ਤੂੰ ਸਰੀਰ ਕਰਕੇ ਅਮਰ ਹੋ ਗਿਆ, ਤੈਨੂੰ ਨਹੀਂ ਕਿਸੇ ਨੇ ਮਾਰਨਾ, ਤੇ ਮਨੁੱਖ ਖਤਰਨਾਕ ਹੋ ਜਾਂਦਾ ਹੈ। ਪਰ ਹਰਨਾਕਸ਼ ਨੇ ਕੁਝ ਵਰ ਲਏ ਸਨ ਗਿਣਤੀ ਦੇ। ਉਹਨੇ ਇਹ ਨਹੀਂ ਸੀ ਕਿਹਾ ਕਿ ਸਰੀਰ ਤੌਰ ਤੇ ਮੈਨੂੰ ਕੋਈ ਮਾਰ ਨਾ ਸਕੇ, ਕੁਝ ਵਰ ਲੈ ਲਏ ਸਨ ਕਿ ਦਿਨੇ ਰਾਤ ਮੇਰੀ ਮੌਤ ਨਾ ਹੋਵੇ, ਅੰਦਰ ਬਾਹਰ ਨਾ ਮੈਂ ਕਿਤੇ ਵੀ ਹੋਵਾਂ, ਧਰਤੀ ਤੇ ਆਕਾਸ਼ ਵਿੱਚ ਨਾ ਕਿਤੇ ਵੀ ਹੋਵਾਂ, ਯਤਨ ਕੀਤਾ ਸੀ। ਸੋ ਵਰ ਲੈ ਲਏ। ਫਿਰ ਆਪਣੇ ਆਪ ਨੂੰ ਘੋਸ਼ਿਤ ਕਰ ਦਿੱਤਾ ਕਿ ਮੈਂ ਰੱਬ ਹਾਂ, ਮੇਰਾ ਜਾਪ ਹੋਣਾ ਚਾਹੀਦਾ ਹੈ। ਰਾਜਿਆਂ ਨੂੰ ਕਈ ਵਾਰ ਮਾਣ ਹੋ ਜਾਂਦਾ ਹੈ। ਹਰਨਾਕਸ਼ ਜਿਹੜਾ ਸੀ ਇਹ ਵੀ ਰਾਜਾ ਸੀ, ਮਨ 'ਚ ਮਾਣ ਹੋ ਗਿਆ, ਹੰਕਾਰ ਹੋ ਗਿਆ। ਤੇ ਸੰਡੇ ਮਰਕੇ ਨੇ ਕਿਹਾ, ਲੰਮੀ ਹੈ ਸਾਖੀ, ਆਪ ਜੀ ਨੇ ਬੇਅੰਤ ਵਾਰ ਸੁਣੀ ਹੋਏਗੀ। ਸੰਡੇ ਮਰਕੇ ਨੇ ਕਿਹਾ, ਲੋਕਾਂ ਨੇ ਤੇ ਤੇਰਾ ਜਾਪ ਕੀ ਕਰਨਾ, ਤੇਰਾ ਆਪਣਾ ਬੱਚਾ ਲੜਕਾ ਹੀ ਨਹੀਂ ਤੇਰਾ ਨਾਮ ਲੈਂਦਾ। ਇਹਨੇ ਤੇ ਪ੍ਰਹਿਲਾਦ ਆਪ ਵਿਗੜਿਆ, ਸਭ ਚਾਟੜੇ ਵਿਗਾੜੇ। ਤੇ ਹੁਣ ਮਾਪੇ ਕਮਾਪੇ ਕਿਵੇਂ ਬਣੇ? ਜਿਹੜਾ ਬਾਪ ਹੈ ਉਹ ਕਬਾਪ ਕਿਵੇਂ ਬਣਿਆ, ਕੋ ਬਾਪ ਕਿਵੇਂ ਬਣਿਆ? ਉਹ ਕਹਿਣ ਲੱਗਾ ਫਿਰ ਇਹਨੂੰ ਜਾਂ ਤੇ ਮਨਾਓ ਤੇ ਜਾਂ ਮਾਰ ਦਿਓ। ਇਹ ਰਾਜਨੀਤੀ ਕੈਸੀ ਆ? ਰਾਜ ਦੀ ਸੱਦਰ, ਰਾਜੇ ਹੋਣ ਦੀ ਇੱਛਾ, ਲੋਕਾਂ ਨੂੰ ਆਪਣੇ ਅੱਗੇ ਝੁਕਾਉਣ ਦੀ ਇੱਛਾ ਕਿ ਮੈਂ ਰੱਬ ਹਾਂ, ਰੱਬ ਬਣਨ ਦੀ ਇੱਛਾ ਲੋਕਾਂ ਦੇ ਮਨਾਂ 'ਚ ਕੈਸੀ ਹੈ? ਲੋਕ ਆਪਣੀ ਸੰਤਾਨ ਮਾਰ ਦਿੰਦੇ ਆ। ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਬਣਾਉਣ ਵਾਸਤੇ, ਲੋਕਾਂ ਨੂੰ ਆਪਣੇ ਪਿੱਛੇ ਲਾਉਣ ਵਾਸਤੇ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਰਾਜਨੀਤੀ ਵਿੱਚੋਂ ਤੁਹਾਨੂੰ ਮਿਲ ਜਾਣਗੀਆਂ। ਰਾਜਨੀਤਿਕ ਕਿਸੇ ਦਾ ਨਹੀਂ ਬਣਦਾ, ਗੱਦੀ ਵਾਸਤੇ ਕੁਝ ਵੀ ਹੋ ਸਕਦਾ ਹੈ। ਉਹਦਾ ਰਾਜ ਦਾ ਹੀ ਲਾਲਚੀ ਹੈ, ਉਹਦਾ ਇਸ਼ਟ ਦਾ ਵੀ ਨਹੀਂ ਬਣ ਸਕਦਾ। ਇਹ ਵੀ ਬਚਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਪਾਵਨ ਬਾਣੀ ਸਹਿਸਕ੍ਰਿਤੀ ਵਿੱਚ ਲਿਖੇ ਹੋਏ ਆ। ਸੋ ਰਹੋ ਵਿਚਾਰ, ਸਮਾਂ ਸੀਮਤ ਹੈ। ਸੱਚੇ ਪਾਤਸ਼ਾਹ ਜੀ ਤੁਸੀਂ ਪ੍ਰਹਿਲਾਦ ਦੀ ਰੱਖਿਆ ਕੀਤੀ, ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੂਬੈ ਗੁਰ ਪ੍ਰਸਾਦ। ਹਮੇਸ਼ਾ ਹੀ ਰੱਖਿਆ ਕਰਦੇ ਹੋ। ਪ੍ਰਹਿਲਾਦ ਜੀ ਜੈਸੇ ਅਨੇਕਾਂ ਭਗਤਾਂ ਦੀ ਤੁਸੀਂ ਰੱਖਿਆ ਕੀਤੀ। ਕਬੀਰ ਸਾਹਿਬ ਦੀ ਲਾਜ ਰੱਖੀ, ਨਹੀਂ ਨਦੀ ਗੰਗਾ ਜਿਹੜੀ ਡੋਬ ਸਕੀ ਹੈ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਨਹੀਂ ਹਾਥੀ ਥੱਲੇ ਲਤਾੜਿਆ ਗਿਆ, ਵਾਹਿਗੁਰੂ ਜੀ ਨੇ ਰੱਖਿਆ ਕੀਤੀ। ਸਦਨਾ ਜੀ ਦੀ ਰੱਖਿਆ ਹੋਈ, ਅਨੇਕਾਂ ਦੀ ਰੱਖਿਆ ਹੋਈ ਹੈ। ਹਰਨਾਕਸ਼ ਮਾਰ ਪਚਾਇਆ। ਤੇ ਪ੍ਰਹਿਲਾਦ ਦਾ ਜਿਹੜਾ ਪਿਤਾ ਸੀ, ਸੋ ਇਸ ਪ੍ਰਕਾਰ ਹਰਨਾਕਸ਼, ਹਰਨ ਵਰਗੀਆਂ ਅੱਖਾਂ, ਔਰ ਹਰਨ ਨਾਮ ਸੋਨੇ ਦਾ ਵੀ ਹੁੰਦਾ ਹੈ। ਸੋਨਾ ਹੁੰਦਾ ਪੀਲੇ ਰੰਗ ਦਾ, ਕਹਿੰਦੇ ਪੀਲੇ ਰੰਗ ਦੀਆਂ ਇਹਦੀਆਂ ਅੱਖਾਂ ਸਨ, ਇਸ ਕਰਕੇ ਹਰਨਾਕਸ਼ ਨੂੰ ਕਹਿੰਦੇ ਸੀ।
ਹਰਨ ਵਰਗੀਆਂ ਅੱਖਾਂ ਵਾਲਾ, ਪੀਲੀਆਂ ਅੱਖਾਂ ਵਾਲਾ, ਤੇ ਮਾਰ ਕੇ ਪਚਾ ਦਿੱਤਾ, ਖਤਮ ਕਰ ਦਿੱਤਾ, ਨੌਹਾਂ ਦੇ ਨਾਲ ਨੋਚ ਦਿੱਤਾ ਉਸ ਦਾ ਮਾਸ। ਗੁਰਮੁਖਾ ਨੋ ਪ੍ਰਤੀਤ ਹੈ ਹਰ ਜੀਉ। ਜਿਹੜੇ ਗੁਰਮੁਖ ਹੁੰਦੇ ਆ, ਗੁਰਮੁਖਾਂ ਦੇ ਲੱਖਣ ਕੀ ਹਨ? ਬਹੁਤ ਸਾਰੇ ਲੱਖਣਾਂ ਵਿੱਚੋਂ ਇੱਕ ਲੱਖਣ ਹੈ ਗੁਰਮੁਖਾਂ ਨੂੰ ਰੱਬ ਤੇ ਭਰੋਸਾ ਹੁੰਦਾ। ਗੁਰਮੁਖ ਜਿਹੜੇ ਹਨ ਉਹਨਾਂ ਦੀ ਨਿਸ਼ਾਨੀ ਹੈ ਉਹ ਰੱਬ ਤੇ ਵਿਸ਼ਵਾਸ ਕਰਦੇ ਹਨ, ਭਰੋਸਾ ਕਰਦੇ ਹਨ। ਮਨਮੁਖ ਭਰਮ ਭੁਲਾਇਆ। ਮਨਮੁਖ ਦੇ ਜਿੱਥੇ ਹੋਰ ਵੀ ਕੁਲੱਛਣ ਹੁੰਦੇ ਆ, ਉਥੇ ਮਨਮੁਖ ਦਾ ਇਹ ਕੁਲੱਛਣ ਹੈ ਉਹ ਭਰਮ ਵਿੱਚ ਭੁੱਲਿਆ ਹੋਇਆ ਹੁੰਦਾ ਹੈ। ਮਨਮੁਖ ਦਾ ਕੋਈ ਇੱਕ ਲੱਖਣ ਨਹੀਂ ਹੈ। ਮਨਮੁਖ ਉਹ ਹੈ ਜਿਹੜਾ ਭਰਮ ਕਰੇ, ਜਿਹੜਾ ਵਹਿਮ ਕਰੇ। ਗੁਰਮੁਖ ਉਹ ਹੈ ਜਿਹੜਾ ਭਰੋਸਾ ਕਰੇ। ਗੁਰਮੁਖ ਕਿਸੇ ਲਿਬਾਸ ਨੂੰ ਨਹੀਂ ਕਹਿ ਸਕਦੇ। ਗੁਰਮੁਖ ਜਿਹੜਾ ਹੈ ਉਹ ਭਰੋਸੇ ਵਾਲਾ ਹੈ। ਮਨਮੁਖ ਉਹ ਹੈ ਜਿਹੜਾ ਵਹਿਮਾਂ ਭਰਮਾਂ ਵਿੱਚ ਪਿਆ ਹੋਇਆ। ਖਾਲਸਾ ਖਾਸ ਕਹਾਵੈ ਸੋਈ, ਜਾਂ ਕਿਆ ਹਿਰਦੈ ਭਰਮ ਨਾ ਹੋਈ। ਹਰ ਜੀ ਇਹ ਤੇਰੀ ਵਡਿਆਈ। ਹੇ ਹਰੀ ਜੀ, ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਇਹ ਤੇਰੀ ਵਡਿਆਈ ਹੈ, ਇਹ ਤੇਰੀ ਉਪਮਾ ਹੈ, ਇਹ ਤੇਰਾ ਜਸ ਹੈ ਸੱਚੇ ਪਾਤਸ਼ਾਹ, ਕਿ ਆਪ ਜੀ ਲਾਜ ਰੱਖਦੇ ਹੋ। ਭਗਤਾ ਕੀ ਪੈਜ ਰੱਖ ਤੂੰ ਸੁਆਮੀ। ਵਡਿਆਈ ਨਾਮ ਇੱਛਾ ਦਾ ਵੀ ਹੈ ਕਿ ਤੇਰੀ ਇਹ ਹਮੇਸ਼ਾ ਹੀ ਇੱਛਾ ਹੈ ਭਗਤਾਂ ਦੀ ਲਾਜ ਰੱਖਣੀ। ਹਮੇਸ਼ਾ ਹੀ ਲਾਜ ਰੱਖੀ ਹੈ ਤੁਸੀਂ ਆਪਣੇ ਭਗਤਾਂ ਦੀ, ਹੈ ਸੁਆਮੀ ਜੀ। ਭਗਤ ਤੇਰੀ ਸਰਣਾਈ। ਆਪ ਜੀ ਦਾ ਇੰਨਾ ਵੱਡਾ ਪੱਖ ਪ੍ਰਾਪਤ ਹੋ ਜਾਣ ਤੋਂ ਵੀ, ਆਪ ਜੀ ਦੀ ਇੰਨੀ ਵੱਡੀ ਸਪੋਰਟ ਭਗਤਾਂ ਦੇ ਨਾਲ ਹੋਣ ਤੋਂ ਵੀ ਭਗਤ ਕਦੇ ਮਾਣ ਨਹੀਂ ਕਰਦੇ। ਭਗਤ ਕਦੇ ਅਹੰਕਾਰ ਵਿੱਚ ਨਹੀਂ ਆਉਂਦੇ। ਆਮ ਬੰਦੇ ਦਾ ਮੇਲ ਜੋਲ ਕਿਸੇ ਵੱਡੇ ਬੰਦੇ ਨਾਲ ਹੋ ਜਾਏ, ਰਾਜਨੀਤਿਕ ਨਾਲ ਹੀ ਹੋ ਜਾਏ, ਤੇ ਉਹ ਬੰਦੇ ਨੂੰ ਬੰਦਾ ਨਹੀਂ ਗਿਣਦਾ। ਰੱਬ ਦੇ ਪਿਆਰੇ ਜਿਹੜੇ ਹਨ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਰਹਿੰਦੇ ਆ, ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਮਾਣ ਅਹੰਕਾਰ ਨਹੀਂ ਹੁੰਦਾ ਹੈ। ਰਹਾਉ ਰਹਾਉ ਵਿਸ਼ਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਭਗਤਾ ਨੋ ਜਮ ਜੋਹੇ ਨਾ ਸਾਕਾ। ਜਿਹੜੇ ਭਗਤ ਨੇ ਉਹਨਾਂ ਵੱਲ ਜਮ ਨਹੀਂ ਤੱਕ ਸਕਦਾ ਹੈ। ਜਮ ਜਿਹੜਾ ਹੈ ਉਹ ਤਾਂ ਪਿਆਰਿਓ ਭੈ ਕਰਦਾ ਰੱਬ ਦੇ ਪਿਆਰਿਆਂ ਦਾ। ਜਮ ਕਾਲ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਕਾਲ ਨਾ ਨੇੜਾ ਜਾਈ। ਜਿਹੜਾ ਜੋ ਮੌਤ ਹੈ ਉਹ ਨੇੜੇ ਨਹੀਂ ਜਾ ਸਕਦੀ, ਜਮ ਨਹੀਂ ਨੇੜੇ ਆ ਸਕਦਾ, ਤੇ ਜਿਹੜਾ ਅਖੀਰਲਾ ਸਮਾਂ ਹੁੰਦਾ ਕਾਲ, ਉਹ ਨਹੀਂ ਨੇੜੇ ਆ ਸਕਦਾ। ਰੱਬ ਦੇ ਪਿਆਰੇ ਆਪਣੀ ਮਰਜ਼ੀ ਨਾਲ ਸੰਸਾਰ ਚੋਂ ਜਾਂਦੇ ਆ। ਗੁਰਮੁਖ ਸੱਦੇ ਜਾਣ ਆਵਨ ਘੱਲਿਆ, ਵਾਹਿਗੁਰੂ ਨੇ ਭੇਜੇ ਤਾਂ ਦੁਨੀਆ ਵਿੱਚ ਆ ਗਏ। ਜਦੋਂ ਸਮਾਂ ਸਮਾਪਤ ਹੋ ਗਿਆ ਤੇ ਆਪਣੀ ਮੌਜ ਵਿੱਚ ਚਲੇ ਗਏ। ਪਰ ਜਮ ਜਿਹੜੇ ਹਨ ਉਹ ਨਹੀਂ ਆ ਸਕਦੇ ਨੇੜੇ। ਜੇ ਖਾਲਸਾ ਜੀ ਜਮਾਂ ਦੇ ਵਸੀਕਾਰ ਹੋਣ ਰੱਬ ਦੇ ਪਿਆਰੇ, ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਮੈਦਾਨੇ ਜੰਗ ਵਿੱਚ ਲੜਦਿਆਂ ਹੋਇਆਂ ਸਿਰ ਧੜ ਨਾਲੋਂ ਜੁਦਾ ਵੀ ਹੋ ਗਿਆ, ਤੇ ਫਿਰ ਵੀ ਵੈਰੀਆਂ ਦਾ ਨਾਸ਼ ਕਰਦੇ ਹੋਏ ਇੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ। ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਹਾਜ਼ਰ ਕੀਤਾ। ਇਹ ਰੱਬ ਦੇ ਪਿਆਰੇ ਅਕਾਲ ਹੋ ਜਾਂਦੇ ਹਨ, ਕਾਲ ਤੋਂ ਪਰੇ ਹੋ ਜਾਂਦੇ ਹਨ। ਐਸੀ ਅਵਸਥਾ ਹੈ ਉਹਨਾਂ ਦੀ। ਕੇਵਲ RAM ਨਾਮ ਮਨ ਵਸਿਆ। ਕੇਵਲ ਨਿਸ਼ਚੈ ਕਰਕੇ ਇੱਕੋ ਇੱਕ ਜਿਹੜਾ ਨਾਮ ਪ੍ਰਮਾਤਮਾ ਦਾ ਹੈ ਉਹੀ ਹਿਰਦੇ ਵਿੱਚ ਵਸਿਆ, ਹੋਰ ਕੋਈ ਚੀਜ਼ ਨਹੀਂ ਹਿਰਦੇ ਵਿੱਚ ਵਸੀ ਹੋਈ। ਨਾਮੇ ਹੀ ਮੁਕਤ ਪਾਈ। ਨਾਮ ਕਰਕੇ ਹੀ ਰੱਬ ਦੇ ਪਿਆਰਿਆਂ ਨੇ ਵਾਹਿਗੁਰੂ 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 ਜਪਦਿਆਂ ਹੋਇਆਂ ਹੀ ਮੁਕਤੀ ਪਾ ਲਈ। ਹਰ ਚੀਜ਼ ਤੋਂ, ਕਾਲ ਤੋਂ ਵੀ ਮੁਕਤੀ ਪਾ ਲਈ ਹੈ, ਪਦਾਰਥਾਂ ਦੇ ਮੋਹ ਤੋਂ, ਦੇਹ ਹੰਗਤਾ ਤੋਂ, ਇਹਨਾਂ ਸਭ ਤੋਂ ਮੁਕਤੀ ਪਾ ਲਈ, ਛੁਟਕਾਰਾ ਪਾ ਲਿਆ ਨਾਮ ਕਰਕੇ। ਰਿੱਧ ਸਿੱਧ ਸਭ ਭਗਤਾ ਚਰਨੀ ਲਾਗੀ। ਜਿਹੜੀਆਂ ਰਿੱਧੀਆਂ ਸਿੱਧੀਆਂ ਹਨ, ਸੋ ਇਸੇ ਤਰ੍ਹਾਂ ਇਹ ਸਾਰੀਆਂ ਰੱਬ ਦੇ ਪਿਆਰਿਆਂ ਦੇ ਭਗਤਾਂ ਦੇ ਚਰਨੀ ਲੱਗਦੀਆਂ ਹਨ। ਉਹਨਾਂ ਦੇ ਚਰਨਾਂ 'ਚ ਨਿਵਾਸ ਹੈ ਰਿੱਧੀਆਂ ਸਿੱਧੀਆਂ ਦਾ। ਗੁਰ ਕੈ ਸਹਿਜ ਸੁਭਾਈ। ਗੁਰੂ ਸਾਹਿਬ ਦੇ ਵਿੱਚ ਸੁਦੇ ਸੇਧੀ ਸੁਭਾਈ ਉਹਨਾਂ ਦੀ ਸ਼ਰਧਾ ਹੈ। ਗੁਰੂ ਸਾਹਿਬ ਜੀ ਵਿੱਚ ਉਹਨਾਂ ਦੀ ਭਾਵਨਾ ਹੈ ਸੁਦੇ ਸਿੱਧ। ਇਸ ਕਰਕੇ ਸਾਰੀਆਂ ਜਿਹੜੀਆਂ ਰਿੱਧੀਆਂ ਸਿੱਧੀਆਂ ਹਨ, ਅੰਨ ਦੀ ਅਤੋੜਤਾ ਆਦਿਕ ਜਿਹੜੀ, ਔਰ ਇਸੇ ਤਰ੍ਹਾਂ ਅੰਨ ਆਦਿਕ ਜਿਹੜਾ ਹੈ, ਸੋ ਸਾਧ ਸੰਗਤ ਜਿੱਥੇ ਰੱਬ ਦੇ ਪਿਆਰੇ ਨਿਗਾਹ ਪਾ ਦੇਣ, ਕਿਸੇ ਪ੍ਰਕਾਰ ਦੀ ਘਾਟ ਨਾ ਕੋਈ ਰਹਿ ਜਾਣੀ। ਇਹ ਔਰ 18 ਸਿੱਧੀਆਂ ਜਿਹੜੀਆਂ ਹਨ ਮੰਨੀਆਂ ਹੋਈਆਂ, ਇਹ ਸਭ ਭਗਤਾਂ ਦੇ ਚਰਨਾਂ ਵਿੱਚ ਰਹਿੰਦੀਆਂ ਹਨ। ਮਨਮੁਖਾ ਨੋ ਪ੍ਰਤੀਤ ਨਾ ਆਵੀ। ਮਨਮੁਖ ਦੇ ਲੱਛਣ ਹਨ, ਉਹਨੂੰ ਕਦੀ ਭਰੋਸਾ ਨਹੀਂ ਆ ਸਕਦਾ। ਮਨਮੁਖ ਉਹ ਹੈ ਜਿਹੜਾ ਕਦੀ ਭਰੋਸਾ ਨਾ ਕਰੇ, ਕਦੇ ਰੱਬ ਤੇ ਵਿਸ਼ਵਾਸ ਨਾ ਕਰੇ। ਅੰਤਰ ਲੋਭ ਸੁਆਉ। ਕਾਰਨ ਇਹ ਹੈ ਕਿ ਅੰਦਰ ਲਾਲਚ ਦਾ ਪ੍ਰਯੋਜਨ ਹੈ। ਲਾਲਚੀ ਬੰਦੇ ਨੂੰ ਭਰੋਸਾ ਨਹੀਂ ਆਉਂਦਾ।
ਭਰੋਸਾ ਹੁੰਦਾ ਸੰਤੋਖੀ ਨੂੰ, ਜਿਹੜਾ ਭਰੋਸਾ ਕਰਦਾ ਉਹ ਮਹਾ ਸੰਤੋਖੀ ਬਣ ਜਾਂਦਾ ਹੈ। ਮਨਮੁਖ ਦੇ ਅੰਦਰ ਲਾਲਚ ਹੁੰਦਾ ਹੈ, ਲਾਲਚ ਦਾ ਸੁਆਓ ਪ੍ਰਯੋਜਨ ਹੈ ਉਸ ਦੇ ਅੰਦਰ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ। ਮਨਮੁਖ ਜਿਹੜਾ ਹੈ ਉਹਦਾ ਹਿਰਦਾ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਨਹੀਂ ਭਿੱਜਿਆ ਹੋਇਆ, ਭੇਦਿਓ ਵਿੰਨਿਆ ਹੋਇਆ, ਭੇਦਿਓ ਮਿਲਿਆ ਹੋਇਆ। ਸਤਿਗੁਰਾਂ ਦਾ ਸ਼ਬਦ ਨਹੀਂ ਹੈ, ਉਪਦੇਸ਼ ਨਹੀਂ ਹੈ ਉਸ ਦੇ ਹਿਰਦੇ ਵਿੱਚ ਮਨਮੁਖ ਦੇ। ਹਰ ਨਾਮ ਨਾ ਲਾਗਾ ਭਾਉ। ਔਰ ਸਤਿਗੁਰਾਂ ਦੇ ਉਪਦੇਸ਼ ਨਾਲ ਪ੍ਰੇਮ ਨਾ ਹੋਣ ਕਰਕੇ, ਉਪਦੇਸ਼ ਦਾ ਹਿਰਦੇ ਵਿੱਚ ਵਾਸਾ ਨਾ ਹੋਣ ਕਰਕੇ ਨਾਮ ਦੇ ਨਾਲ ਵੀ ਪ੍ਰੇਮ ਨਹੀਂ ਲੱਗਾ। ਕੂੜ ਕਪਟ ਪਾਜ ਲਹਿ ਜਾਸੀ। ਬਾਹਰੋਂ ਬੇਸ਼ੱਕ ਮਨਮੁਖ ਬੰਦਾ ਦਿਖਾਵਾ ਕਰੇ ਜੀ ਮੈਂ ਬੜਾ ਭਰੋਸੇ ਵਾਲਾ ਹਾਂ, ਲਾਲਚੀ ਹੋਣ ਕਰਕੇ ਭਰੋਸਾ ਹਿਰਦੇ ਵਿੱਚ ਨਹੀਂ ਹੈ ਤਾਂ ਉਹ ਝੂਠ ਬੋਲਦਾ ਹੈ। ਉਹਦਾ ਜਿਹੜਾ ਕਪਟ ਹੈ, ਦਗਾ ਕਰਨਾ, ਛਲ ਕਰਨਾ, ਇਹ ਪਾਜ ਜਿਹੜਾ ਹੈ ਇਹ ਦੂਰ ਹੋ ਜਾਏਗਾ, ਲਹਿ ਜਾਏਗਾ। ਉਗੜ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫਾ ਆਇਆ। ਮਨਮੁਖ ਫੀਕਾ ਲਾਉ। ਮਨਮੁਖ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਫਿੱਕਾ ਬੋਲਦਾ ਹੈ, ਕਦੇ ਵਾਸਤੇ ਮਿੱਠਾ ਬੋਲ ਨਹੀਂ ਬੋਲਦਾ। ਗੁਰਮੁਖ ਪਿਆਰੇ ਜਿਹੜੇ ਗੁਰਸਿੱਖ ਹਨ, ਰੱਬ ਦੇ ਪਿਆਰੇ, ਉਹ ਪਿਆਰੇ ਬਚਨ ਬੋਲਦੇ ਆ। ਮਨਮੁਖ ਜਿਹੜਾ ਹੈ ਉਹ ਹਮੇਸ਼ਾ ਵਾਸਤੇ ਫਿੱਕਾ ਹੀ ਬੋਲਦਾ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਐਸੀ ਹਾਲਤ ਹੈ ਉਸ ਦੀ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ। ਜਿਹੜੇ ਭਗਤ ਹਨ ਉਹਨਾਂ ਵਿੱਚ ਆਪ ਰੱਬ ਵਰਤਦਾ ਹੈ। ਭਗਤਾਂ ਦੇ ਅੰਦਰ ਨਿਵਾਸ ਹੈ ਪ੍ਰਮਾਤਮਾ ਦਾ, ਪਰਮੇਸ਼ਰ ਦਾ। ਭਗਤੀ ਹੂ ਤੂ ਜਾਤਾ। ਇਹ ਸੱਚਿਆ ਪਾਤਸ਼ਾਹ, ਤੇਰਿਆਂ ਭਗਤਾਂ ਨੇ ਭਗਤੀ ਕਰਕੇ ਹੀ ਤੈਨੂੰ ਜਾਣਿਆ ਹੈ। ਉਹ ਭਗਤੀ ਕਰਦੇ ਹਨ ਦਿਨੇ ਰਾਤ, ਤੇ ਭਗਤੀ ਸਦਕਾ ਹੀ ਆਪ ਜੀ ਨੂੰ ਰਿਝਾ ਲਿਆ ਉਹਨਾਂ ਨੇ। ਮਾਇਆ ਮੋਹ ਸਭ ਲੋਕ ਹੈ ਤੇਰੀ। ਇਹ ਜਿਹੜੀ ਮਾਇਆ ਹੈ ਇਹਦਾ ਮੋਹ ਭਗਤਾਂ ਨੂੰ ਨਹੀਂ ਹੁੰਦਾ, ਭਗਤਾਂ ਨੂੰ ਮਾਇਆ ਨਹੀਂ ਪੋਹ ਸਕਦੀ ਹੈ। ਮਾਇਆ ਦਾ ਮੋਹ ਜਿਹੜਾ ਹੈ ਉਹ ਇਹਨਾਂ ਲੋਕਾਂ ਨੂੰ ਹੈ। ਇਹ ਜਿਹੜੀ ਸ੍ਰਿਸ਼ਟੀ ਹੈ, ਇਹ ਜਿਹੜੀ ਸ੍ਰਿਸ਼ਟੀ ਹੈ, ਇਹ ਜਿਹੜੇ ਲੋਕ ਨੇ, ਇਹਨਾਂ ਦੇ ਵਿੱਚ ਆਪ ਜੀ ਦੀ ਮਾਇਆ ਦਾ ਮੋਹ ਹੈ। ਤੂੰ ਏਕੋ ਪੁਰਖ ਵਿਧਾਤਾ। ਤੂੰ ਇੱਕੋ ਹੈ, ਪੁਰਖ ਵਿਧਾਤਾ, ਫਲ ਵਰਦਾਤਾ, ਸੱਚਿਆ ਪਾਤਸ਼ਾਹ, ਰੱਖਿਆ ਕਰਨ ਵਾਲਾ, ਵਿਆਪਕ ਸਰੂਪ। ਹਉਮੈ ਮਾਰ ਮਨਸਾ ਮਨਹਿ ਸਮਾਣੀ। ਰੱਬ ਦੇ ਪਿਆਰਿਆਂ ਨੇ ਹਉਮੈ ਮਾਰ ਲਈ ਹੈ। ਮਨਸਾ ਵਾਸ਼ਨਾ ਮਨ ਦੇ ਅੰਦਰ ਹੀ ਸਮਾ ਗਈ, ਲੀਨ ਹੋ ਗਈ, ਖਤਮ ਹੋ ਗਈ। ਗੁਰ ਕੈ ਸ਼ਬਦ ਪਛਾਤਾ। ਗੁਰੂ ਕੇ ਸ਼ਬਦ ਦੁਆਰਾ ਜਿਨ੍ਹਾਂ ਨੇ ਆਪ ਜੀ ਨੂੰ ਪਛਾਣ ਲਿਆ ਹੈ, ਨਾਮ ਜਪ ਕੇ। ਅਚਿੰਤ ਕੰਮ ਕਰਹਿ ਪ੍ਰਭ ਤਿਨ ਕੀ। ਵਾਹਿਗੁਰੂ ਸੱਚਾ ਪਾਤਸ਼ਾਹ ਅਚਨ ਚੇਤ ਉਹਨਾਂ ਦੇ ਕੰਮ ਕਰਦਾ ਹੈ। ਸਾਧ ਸੰਗਤ ਜੀ, ਅਚਿੰਤ ਹੁੰਦਾ ਕਿ ਚੇਤਾ ਵੀ ਨਾ ਕੀਤਾ ਹੋਵੇ, ਸੋਚਿਆ ਵੀ ਨਾ ਹੋਵੇ ਕਿ ਆਹ ਕੰਮ ਹੋ ਜਾਣਾ, ਉਹ ਵੀ ਕੰਮ ਰੱਬ ਦੇ ਪਿਆਰਿਆਂ ਦੇ ਹੋ ਜਾਂਦੇ ਆ। ਕਿਹਨਾਂ ਦੇ? ਜਿਨ੍ਹਾਂ ਹਰਿ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ, ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਪ੍ਰੇਮ ਨਾਲ, ਨਾਮ ਨਾਲ ਜਿਨ੍ਹਾਂ ਨੂੰ ਪਿਆਰ ਹੋ ਜਾਏ, ਨਾਮ ਜਪਣ ਵਿੱਚ ਪ੍ਰੇਮ ਹੋ ਜਾਏ, ਅਚਨ ਚੇਤ ਹੀ ਸਾਰੇ ਕਾਰਜ ਉਹਨਾਂ ਦੇ ਹੋ ਜਾਂਦੇ ਆ। ਲੋਕ ਪਰਲੋਕ ਦੇ ਸਾਰੇ ਕਾਰਜ ਜਿਹੜੇ ਹਨ ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾ ਵਿਖਿਆ ਮਹਿ, ਲੱਜਾ ਰਾਖੀ RAM। ਗੁਰ ਪ੍ਰਸਾਦ ਸਦਾ ਮਨ ਵਸਿਆ। ਗੁਰੂ ਕੀ ਕਿਰਪਾ ਦਾ ਸਦਕਾ ਸਦਾ ਲਈ ਹਮੇਸ਼ਾ ਹੀ ਮਨ ਵਿੱਚ ਵਸ ਗਿਆ ਉਹਨਾਂ ਦੇ ਪ੍ਰਮਾਤਮਾ ਦਾ ਨਾਮ। ਸਭ ਕਾਜ ਸਵਾਰਨ ਹਾਰਾ। ਜੋ ਨਾਮ ਸਾਰਿਆਂ ਹੀ ਕਾਰਜਾਂ ਨੂੰ ਸਵਾਰਨ ਵਾਲਾ ਹੈ, ਪੂਰਿਆਂ ਕਰਨ ਵਾਲਾ ਹੈ। ਉਹਨਾਂ ਕੀ ਰੀਸ ਕਰੇ ਸੋ ਵਿਗੁਚਾ। ਰੱਬ ਦੇ ਪਿਆਰਿਆਂ ਦੀ ਜਿਹੜਾ ਕੋਈ ਰੀਸ ਕਰਦਾ ਹੈ, ਉਹਨਾਂ ਦੀ ਤਰ੍ਹਾਂ ਸਵਾਂਗ ਜਿਹੜਾ ਰਚਾਉਂਦਾ ਹੈ ਉਹ ਖਰਾਬ ਹੀ ਹੁੰਦਾ। ਜੇ ਤੇ ਰੀਸ ਕਰੇ ਰੱਬ ਦੇ ਪਿਆਰਿਆਂ ਦੀ, ਨਾਮ ਜਪੇ, ਫਿਰ ਤਾਂ ਕਲਿਆਣ ਹੋ ਜਾਏ। ਪਰ ਸਵਾਂਗ ਇਹ ਰਚਦਾ ਹੈ, ਆਪਣਾ ਨਾਮ ਰਖਾਉਂਦਾ ਹੈ ਕਿ ਮੈਂ ਭਗਤ ਹਾਂ, ਮੈਂ ਸੰਤ ਹਾਂ, ਪਰ ਹੁੰਦਾ ਨਹੀਂ ਇਹ। ਜਿਨ ਹਰ ਪ੍ਰਭ ਹੈ ਰਖਵਾਰਾ। ਜਿਨ੍ਹਾਂ ਦਾ ਵਾਹਿਗੁਰੂ ਰਾਖਾ ਹੋਵੇ ਪਿਆਰਿਓ, ਉਹਨਾਂ ਦੀ ਰੀਸ ਕਰਨ ਵਾਲੇ ਖਰਾਬ ਹੀ ਹੁੰਦੇ ਹਨ ਹਮੇਸ਼ਾ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ। ਪਰ ਇਸ ਅਵਸਥਾ ਨੂੰ, ਦਾਤ ਨੂੰ ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਨਹੀਂ ਕਿਸੇ ਨੇ ਪ੍ਰਾਪਤ ਕੀਤਾ। ਮਨਮੁਖ ਭੌਕ ਮੁਏ ਬਿਲ ਲਾਈ। ਮਨਮੁਖ ਜਿਹੜੇ ਹਨ ਉਹ ਭੌਂਕਦੇ ਆ, ਐਵੇਂ ਰੌਲਾ ਪਾਉਂਦੇ, ਏਦਾਂ ਹੀ ਮਰ ਜਾਂਦੇ ਆ। ਬਿਲਲਾਈ ਵਿਰਲਾਪ ਕਰਦੇ ਆ, ਜਿਵੇਂ
ਬਿੱਲੀਆਂ ਬਿੱਲੇ ਵਿਹਾਂਕਦੇ ਆ ਦੁੱਖ ਦੇ ਸਮੇਂ, ਇਦਾਂ ਦਾ ਹੀ ਵਿਰਲਾਪ ਹੈ ਉਹਨਾਂ ਦਾ। ਆਵਹਿ ਜਾਵਹਿ ਠੌਰ ਨਾ ਪਾਵਹਿ, ਆਉਂਦੇ ਹਨ ਸੰਸਾਰ ਵਿੱਚ ਚਲੇ ਜਾਂਦੇ ਆ, ਕਦੇ ਟਿਕਾ ਨਹੀਂ ਪਾਉਂਦੇ ਹਨ। ਦੁਖ ਮਹਿ ਦੁਖ ਸਮਾਈ, ਦੁੱਖ ਹੀ ਦੁੱਖ ਵਿੱਚ ਉਹਨਾਂ ਦੀ ਸਮਾਈ ਹੁੰਦੀ ਆ, ਹਮੇਸ਼ਾ ਲੀਨ ਰਹਿੰਦੇ ਦੁੱਖਾਂ ਵਿੱਚ, ਦੁੱਖ ਨਹੀਂ ਕਦੇ ਮਿਟਦੇ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਜਿਹੜਾ ਗੁਰਮੁਖ ਹੁੰਦਾ ਹੈ ਅਥਵਾ ਜਿਹੜਾ ਗੁਰੂ ਵਾਲਾ ਹੁੰਦਾ ਹੈ ਉਹ ਅੰਮ੍ਰਿਤ ਨਾਮ ਨੂੰ ਪੀਂਦਾ ਹੈ। ਸਹਜੇ ਸਾਚ ਸਮਾਈ, ਜਿਸ ਕਰਕੇ ਸੁਦੇ ਸਿੱਧ ਸੱਚੇ ਵਾਹਿਗੁਰੂ ਜੀ ਵਿੱਚ ਉਹਨਾਂ ਦੀ ਸਮਾਈ ਹੋ ਗਈ ਹੈ। ਬਿਨ ਸਤਿਗੁਰ ਸੇਵੇ ਜਨਮ ਨਾ ਛੋਡਾ, ਸਤਿਗੁਰਾਂ ਦੀ ਸੇਵਾ ਤੋਂ ਬਿਨਾ ਜੰਮਣ ਮਰਨ ਜਿਹੜੇ ਹਨ ਇਹ ਨਹੀਂ ਛੱਡਦੇ ਮਨੁੱਖ ਨੂੰ। ਜੇ ਅਨੇਕ ਕਰਮ ਕਰੈ ਅਧਿਕਾਈ, ਸਤਿਗੁਰਾਂ ਦੀ ਸੇਵਾ ਤੋਂ ਬਿਨਾ ਬਹੁਤੇ ਕਰਮ ਕਾਂਡ ਵੀ ਜ਼ਿਆਦਾ ਤੋਂ ਜ਼ਿਆਦਾ ਵੀ ਭਾਵੇਂ ਕਰ ਲਵੇ। ਵੇਦ ਪੜ੍ਹੈ ਤੈ ਵਾਦ ਵਖਾਣੈ, ਇਹ ਬੰਦਾ ਵੇਦਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਹੈ, ਐਵੇਂ ਚਰਚਾ ਕੁਚਰਚਾ ਕਰਨ ਵਾਸਤੇ ਝਗੜੇ ਹੀ ਕਰਦਾ ਹੈ। ਬਿਨ ਹਰ ਪਤ ਗਵਾਈ, ਜਿਨ੍ਹਾਂ ਨੇ ਗ੍ਰੰਥ ਤਾਂ ਬਹੁਤ ਪੜ੍ਹੇ ਆ ਪਰ ਸਿਮਰਨ ਭਜਨ ਨਹੀਂ ਕੀਤਾ ਤੇ ਆਪਣੀ ਇੱਜ਼ਤ ਹੀ ਗਵਾ ਲਈ ਉਹਨਾਂ ਨੇ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਸੱਚੇ ਹਨ ਸਤਿਗੁਰੂ ਜੀ ਜਿਨ੍ਹਾਂ ਦੀ ਬਾਣੀ ਜੁਗੋ ਜੁਗ ਅਟਲ ਸੱਚੀ ਹੈ। ਭਜ ਛੂਟ ਹੈ ਗੁਰ ਸਰਣਾਈ, ਐਸੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈਣ ਨਾਲ ਭਾਈ ਭਜਨ ਕਰਨ ਨਾਲ ਛੁਟਕਾਰਾ ਹੁੰਦਾ ਹੈ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਜਿਨ੍ਹਾਂ ਦੇ ਹਰੀ ਦਾ ਨਾਮ ਮਨ ਵਿੱਚ ਵਸਿਆ ਹੈ ਉਹ ਇਸ ਸੰਸਾਰ ਵਿੱਚ ਵੀ ਸੱਚੇ ਹਨ। ਦਰ ਸਾਚਾ ਸਚਿਆਰਾ, ਅੱਗੇ ਜਿਹੜਾ ਸੱਚੇ ਵਾਹਿਗੁਰੂ ਜੀ ਦਾ ਦਰ ਹੈ ਉਥੇ ਵੀ ਉਹ ਸੱਚੇ ਹਨ ਹਮੇਸ਼ਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਉਹਨਾਂ ਰੱਬ ਦੇ ਪਿਆਰਿਆਂ ਦੀ ਵਡਿਆਈ ਜੁਗਾਂ ਜੁਗਾਂ ਤੱਕ ਰਹਿੰਦੀ ਹੈ, ਜਿਵੇਂ ਪ੍ਰਹਿਲਾਦ ਜੀ ਦੀ ਹੈ। ਕੋਈ ਨਾ ਮੇਟਨ ਹਾਰਾ, ਰੱਬ ਦੇ ਪਿਆਰਿਆਂ ਦੀ ਵਡਿਆਈ ਨੂੰ ਕੋਈ ਮੇਟ ਨਹੀਂ ਸਕਦਾ, ਉਹ ਵਡਿਆਈ ਵਿੱਚ ਸੋਭਾ 'ਚ ਫਰਕ ਨਹੀਂ ਪਾ ਸਕਦਾ। ਨਾਨਕ ਤਿਨ ਕੈ ਸਦ ਬਲਿਹਾਰਾ, ਹਜ਼ੂਰ ਫਰਮਾਉਂਦੇ ਨੇ ਗੁਰੂ ਅਮਰਦਾਸ ਜੀ ਕਿ ਅਸੀਂ ਉਹਨਾਂ ਤੋਂ ਸਦਾ ਸਦਕੇ ਜਾਂਦੇ ਹਾਂ। ਜਿਨ ਹਰ ਰਾਖਿਆ ਉਰ ਧਾਰਾ, ਜਿਨ੍ਹਾਂ ਨੇ ਹਰੀ ਨਾਮ ਹਿਰਦੇ ਵਿੱਚ ਧਾਰ ਕੇ ਰੱਖਿਆ ਹੋਇਆ, ਧਾਰਿਆ ਹੋਇਆ, ਵਸਾਇਆ ਹੋਇਆ ਹੈ ਪਰਮੇਸ਼ਰ ਦਾ ਨਾਮ, ਅਸੀਂ ਉਹਨਾਂ ਤੋਂ ਸਦਕੇ ਬਲਿਹਾਰ ਜਾਂਦੇ ਹਾਂ। ਸਾਧ ਸੰਗਤ ਜੀ, ਇਹ ਪਰਮ ਪਵਿੱਤਰ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ। ਬਹੁਤ ਸਾਰੀਆਂ ਭੁੱਲਾਂ ਗਲਤੀਆਂ ਹੋਣੀਆਂ ਸੁਭਾਵਿਕ ਹਨ, ਬਖਸ਼ਣਹਾਰ ਹਨ ਸਤਿਗੁਰੂ ਪਾਤਸ਼ਾਹ ਜੀ, ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ ਜੀ। ਕੋਟਾਨ ਕੋਟ ਧੰਨਵਾਦ ਮੇਰੇ ਸਤਿਗੁਰੂ ਜੀ ਦਾ, ਜਿਨ੍ਹਾਂ ਨੇ ਦਰਸ਼ਨ ਦੀਦਾਰ ਬਖਸ਼ੇ ਹਨ, ਆਪਣੀਆਂ ਸੰਗਤਾਂ ਦੀ ਸੇਵਾ ਕਰਨ ਦਾ ਸਤਿਗੁਰਾਂ ਨੇ ਉਦਮ ਬਲ ਬਖਸ਼ਿਸ਼ ਕੀਤਾ ਹੈ। ਮਹਾਂਪੁਰਖਾਂ ਦਾ, ਰੱਬ ਦੇ ਪਿਆਰਿਆਂ ਦਾ, ਸਿੰਘ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਾਏ ਆ। ਸੋ ਸਤਿਗੁਰੂ ਜੀ ਹਮੇਸ਼ਾ ਕਿਰਪਾ ਕਰਨ, ਇਸੇ ਤਰ੍ਹਾਂ ਦਰਸ਼ਨ ਦੀਦਾਰ ਦੇਣ, ਪੂਰਨ ਗੁਰਸਿੱਖਾਂ ਵਾਲਾ ਜੀਵਨ ਬਖਸ਼ਿਸ਼ ਕਰਨ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਨ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰਾ, ਜਿਨ ਹਰ ਰਾਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।